ਜੋ ਆਪਣੇ ਮਨ ਨੂੰ ਜਿੰਨਾ ਦੂਜਿਆਂ ਦੇ ਭਲੇ ਵਿੱਚ ਲਗਾਉਂਦਾ ਹੈ, ਉਹ ਉਸਨੂੰ ਉਤਨਾ ਹੀ ਜ਼ਿਆਦਾ ਪ੍ਰਾਪਤ ਕਰਦਾ ਹੈ ਅਤੇ ਜੋ ਆਪਣੇ ਮਾਨ ਸਨਮਾਨ ਦੀ ਪਰਵਾਹ ਨਹੀਂ ਕਰਦਾ, ਉਸਦਾ ਸੰਸਾਰ ਵਿੱਚ ਸਭ ਤੋਂ ਜ਼ਿਆਦਾ ਸਤਿਕਾਰ ਹੁੰਦਾ ਹੈ। ਪੰਡਿਤ ਸ਼੍ਰੀ ਰਾਮ ਸ਼ਰਮਾਚਾਰਿਆ। ਪੁਸਤਕ ਦਾ ਨਾਮ ਉਦਾਰਤਾ ਅਤੇ ਦੂਰਦਰਸ਼ਿਤਾ। ਪੁਸਤਕ ਦੀ ਜਾਣਕਾਰੀ। ਆਪਣੀ ਪਸੰਦ, ਇੱਛਾ, ਮਾਨਤਾ ਨੂੰ ਹੀ ਦੂਜਿਆਂ ਉੱਤੇ ਲੱਦਣਾ, ਸਭ ਨੂੰ ਆਪਣੇ ਹਿਸਾਬ ਤੋਂ ਮਾਪਣਾ, ਆਪਣੀ ਹੀ ਗੱਲ ਨੂੰ, ਆਪਣੇ ਹੀ ਹਿੱਤਾਂ ਨੂੰ ਹਮੇਸ਼ਾ ਧਿਆਨ ਵਿੱਚ ਰੱਖਣਾ ਹੱਠ ਦੀ ਨਿਸ਼ਾਨੀ ਹੈ। ਹੱਠ ਪਸ਼ੂਤਾ ਦਾ ਪ੍ਰਤੀਕ ਹੈ। ਮਨੁੱਖੀ ਜੀਵਨ ਨੂੰ ਸਫਲ ਅਤੇ ਉੱਨਤ ਬਣਾਉਣ ਵਾਲੇ ਬਹੁਤ ਸਾਰੇ ਗੁਣ ਹੁੰਦੇ ਹਨ, ਜਿਵੇਂ ਸੱਚਾਈ, ਨਿਆਂ, ਧੀਰਜ, ਦ੍ਰਿੜਤਾ, ਸਾਹਸ, ਦਇਆ, ਖੀਮਾ, ਪਰਉਪਕਾਰ ਆਦਿ। ਇਹਨਾਂ ਵਿੱਚੋਂ ਕੁਝ ਗੁਣ ਅਜਿਹੇ ਹੁੰਦੇ ਹਨ ਜਿਨ੍ਹਾਂ ਨਾਲ ਉਹ ਵਿਅਕਤੀ ਖੁਦ ਹੀ ਲਾਭ ਉਠਾਉਂਦਾ ਹੈ। ਉਦਾਰਤਾ ਇੱਕ ਅਜਿਹਾ ਹੀ ਮਹਾਨ ਗੁਣ ਹੈ। ਮਨੁੱਖ ਦੇ ਸੰਕਲਪ ਦੀ ਸਫਲਤਾ ਉਸਦੀ ਮਾਨਸਿਕ ਸ਼ਕਤੀ ਤੇ ਨਿਰਭਰ ਕਰਦੀ ਹੈ। ਇਸ ਲਈ ਜੋ ਵਿਅਕਤੀ ਉਦਾਰ ਵਿਚਾਰ ਰੱਖਦਾ ਹੈ, ਉਸਦੇ ਸੰਕਲਪ ਸਫਲ ਹੁੰਦੇ ਹਨ। ਉਸਦਾ ਮਨ ਪ੍ਰਸੰਨ ਰਹਿੰਦਾ ਹੈ। ਉਹ ਹਰ ਤਰ੍ਹਾਂ ਦੇ ਹਾਲਾਤਾਂ ਵਿੱਚ ਸ਼ਾਂਤ ਰਹਿੰਦਾ ਹੈ ਅਤੇ ਜਿਸ ਕੰਮ ਨੂੰ ਹੱਥ ਵਿੱਚ ਲੈਂਦਾ ਹੈ, ਉਸਨੂੰ ਪੂਰਾ ਕਰਨ ਵਿੱਚ ਸਮਰਥ ਹੁੰਦਾ ਹੈ। ਪੁਸਤਕ ਵਿੱਚੋਂ ਕੁਝ ਪ੍ਰਸ਼ਨ। ਉਦਾਰਤਾ ਕੀ ਹੈ? ਦੂਰਦਰਸ਼ਿਤਾ ਕੀ ਹੈ? ਉਦਾਰਤਾ ਅਤੇ ਦੂਰਦਰਸ਼ਿਤਾ ਦਾ ਇੱਕ ਦੂਜੇ ਨਾਲ ਕੀ ਸੰਬੰਧ ਹੈ? ਕਿਸੇ ਵਿਅਕਤੀ ਨੂੰ ਗਲਤ ਦੱਸਣਾ ਜਾਂ ਉਸਦੇ ਸੁਭਾਅ ਵਿੱਚ ਕਾਂਟ-ਛਾਂਟ ਕਰਨਾ ਕਿੱਥੋਂ ਤੱਕ ਉਚਿਤ ਹੈ? ਅਸੀਂ ਆਪਣੇ ਦੁਸ਼ਮਣਾਂ ਦੀ ਗਿਣਤੀ ਘੱਟ ਕਿਵੇਂ ਕਰ ਸਕਦੇ ਹਾਂ? ਦੋਸਤਾਂ ਦੀ ਗਿਣਤੀ ਵਧਾਉਣ ਲਈ ਕੀ ਕਰਨਾ ਚਾਹੀਦਾ ਹੈ? ਬੈਂਜਾਮਿਨ ਫਰੈਂਕਲਿਨ ਕਿਸ ਤਰ੍ਹਾਂ ਦੇ ਵਿਅਕਤੀ ਸਨ? ਉਹਨਾਂ ਨੇ ਆਪਣੇ ਸੁਭਾਅ ਨੂੰ ਕਿਵੇਂ ਬਦਲਿਆ? ਇਹਨਾਂ ਸਾਰੇ ਸਵਾਲਾਂ ਦੇ ਉੱਤਰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੈ ਇਹ ਪੁਸਤਕ, ਜੋ ਕਈ ਮਹਾਨ ਪੁਰਖਾਂ ਦਾ ਉਦਾਹਰਨ ਦਿੰਦੀ ਹੋਈ ਉਦਾਰ ਅਤੇ ਦੂਰਦਰਸ਼ੀ ਸ਼ਖਸੀਅਤ ਦੇ ਲਾਭ ਦੱਸਦੀ ਹੈ। ਪੁਸਤਕ ਦੇ ਕੁਝ ਅੰਸ਼। ਆਪਣੇ ਸੁਭਾਅ ਨੂੰ ਉਦਾਰ ਰੱਖੋ, ਅਨੁਦਾਨ ਨਾ ਬਣੋ, ਦੂਰਦਰਸ਼ਿਤਾ ਤੋਂ ਵਿਚਾਰ ਕਰੋ। ਅਜਿਹਾ ਕਰਨ ਨਾਲ ਚਿੱਤ ਪਵਿੱਤਰ ਹੁੰਦਾ ਹੈ। ਜਿਸ ਮਨੁੱਖ ਦਾ ਸੁਭਾਅ ਉਦਾਰ ਅਤੇ ਪਰਉਪਕਾਰੀ ਹੁੰਦਾ ਹੈ, ਉਹ ਹਰ ਤਰ੍ਹਾਂ ਦੇ ਹਾਲਾਤਾਂ ਵਿੱਚ ਉਸਦੇ ਲਈ ਕੋਈ ਨਾ ਕੋਈ ਮਾਰਗ ਲੱਭ ਹੀ ਲੈਂਦਾ ਹੈ। ਇਹ ਤਾਂ ਸਾਰੇ ਜਾਣਦੇ ਹਨ ਕਿ ਉਦਾਰਤਾ, ਸਹਾਇਤਾ, ਦਾਨ ਆਦਿ ਦੀ ਸ਼੍ਰੇਸ਼ਠਤਾ ਦਾ ਫੈਸਲਾ ਘੱਟ ਜਾਂ ਵੱਧ ਪਰਿਣਾਮ ਤੋਂ ਨਹੀਂ ਹੁੰਦਾ, ਬਲਕਿ ਉਸਦੀ ਭਾਵਨਾ ਤੋਂ ਹੁੰਦਾ ਹੈ। ਜਿਸ ਮਨੁੱਖ ਦਾ ਆਪਣੇ ਵਿਚਾਰਾਂ ਤੇ ਨਿਯੰਤਰਣ ਹੁੰਦਾ ਹੈ ਅਤੇ ਉਹਨਾਂ ਨੂੰ ਵਿਵਸਥਿਤ ਕਰਨ ਦੀ ਜਿੰਨੀ ਤਾਕਤ ਹੁੰਦੀ ਹੈ, ਉਹ ਆਪਣੀ ਸਥਿਤੀ ਮੁਤਾਬਕ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਉਤਨਾ ਹੀ ਸਮਰਥ ਹੁੰਦਾ ਹੈ। ਅੰਗਰੇਜ਼ੀ ਕਹਾਵਤ ਹੈ, ਸਮਾਨ ਖੰਭਾਂ ਵਾਲੇ ਪੰਛੀ ਇਕੱਠੇ ਉੱਡਦੇ ਹਨ। ਜੋ ਜਿਸ ਤਰ੍ਹਾਂ ਦਾ ਹੁੰਦਾ ਹੈ, ਉਸਨੂੰ ਉਸੇ ਤਰ੍ਹਾਂ ਦਾ ਵਿਅਕਤੀ ਮਿਲ ਜਾਂਦਾ ਹੈ। ਅਸੀਂ ਹਮੇਸ਼ਾ ਆਪਣੇ ਵਰਗੇ ਲੋਕਾਂ ਨੂੰ ਅਣਜਾਣ ਸੰਸਾਰ ਵਿੱਚ ਆਕਰਸ਼ਿਤ ਕਰਦੇ ਹਾਂ ਅਤੇ ਦੂਰ ਦੂਰ ਤੋਂ ਸਾਡੇ ਵਰਗੇ ਲੋਕ ਸੰਪਰਕ ਵਿੱਚ ਆਉਂਦੇ ਹਨ। ਉਦਾਰਤਾ ਦਾ ਸੰਬੰਧ ਸਿਰਫ ਭੌਤਿਕ ਪਦਾਰਥਾਂ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਵਿਚਾਰਾਂ ਦੀ ਉਦਾਰਤਾ ਦਾ ਉਸ ਤੋਂ ਕਿਤੇ ਵੱਧ ਹੈ। ਸੰਕੀਰਨ ਵਿਚਾਰਾਂ ਦਾ ਮਨੁੱਖ ਜੇ ਉਦਾਰਤਾ ਨਾਲ ਪੇਸ਼ ਆਵੇਗਾ ਤਾਂ ਵੀ ਬਹੁਤ ਘੱਟ ਲੋਕ ਉਸ ਤੋਂ ਲਾਭ ਉਠਾ ਸਕਦੇ ਹਨ। ਅਜਿਹਾ ਵਿਅਕਤੀ ਪਰਿਵਾਰ, ਜਾਤ, ਧਰਮ, ਦੇਸ਼ ਆਦਿ ਕਈ ਸੀਮਾਵਾਂ ਤੋਂ ਘਿਰਿਆ ਰਹਿੰਦਾ ਹੈ, ਜਿਨ੍ਹਾਂ ਦੇ ਕਾਰਨ ਉਹਨਾਂ ਦੀ ਉਦਾਰਤਾ ਦਾ ਸਰੋਤ ਥੋੜ੍ਹੀ ਦੂਰ ਜਾ ਕੇ ਸੁੱਕ ਜਾਂਦਾ ਹੈ। ਕਿਸੇ ਦੇ ਗੁਣਾਂ ਵਿੱਚ ਦੋਸ਼ ਦੇਖਣਾ ਜਾਂ ਕਿਸੇ ਦੇ ਗੁਣਾਂ ਤੋਂ ਸੜਨਾ ਹੀ ਅਸੁਰਤਾ ਹੈ। ਭਗਵਾਨ ਰਾਮ ਤਾਂ ਕਿਸੇ ਦੇ ਗੁਣਾਂ ਵਿੱਚ ਦੋਸ਼ ਦੇਖਦੇ ਸਨ ਅਤੇ ਨਾ ਕਿਸੇ ਦੇ ਗੁਣਾਂ ਤੋਂ ਸੜਦੇ ਸਨ। ਰਾਮ ਭਗਤ ਨੂੰ ਅਜਿਹਾ ਹੀ ਹੋਣਾ ਚਾਹੀਦਾ ਹੈ। ਸੰਕੀਰਨਤਾ ਮਨੁੱਖੀ ਸੁਭਾਅ ਦਾ ਵੱਡਾ ਦੋਸ਼ ਹੈ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਉਸਦਾ ਜੀਵਨ ਤਾਂ ਹੀ ਸਫਲ ਮੰਨਿਆ ਜਾ ਸਕਦਾ ਹੈ ਜਦੋਂ ਉਹ ਦੂਜਿਆਂ ਦਾ ਸਹਿਯੋਗ ਅਤੇ ਮਦਦ ਕਰੇ। ਪੁਸਤਕ ਦੇ ਕੁਝ ਬਿੰਦੂ। ਉਦਾਰਤਾ ਅਤੇ ਦੂਰਦਰਸ਼ਿਤਾ। ਉਦਾਰਤਾ ਇੱਕ ਮਹਾਨ ਗੁਣ ਹੈ। ਗਰੀਬ ਵਿਅਕਤੀ ਵੀ ਉਦਾਰ ਹੋ ਸਕਦੇ ਹਨ। ਦੂਜਿਆਂ ਦੇ ਦੋਸ਼ ਨਾ ਦੇਖੋ। ਸੰਕੀਰਨਤਾ ਮਨ ਨੂੰ ਮੈਲਾ ਕਰਦੀ ਹੈ। ਧਾਰਮਿਕ ਅਨੁਦਾਰਤਾ ਦੇ ਮਾੜੇ ਪਰਿਣਾਮ। ਨਿਰਭਰਾ ਦੇ ਪ੍ਰਤੀ ਉਦਾਰਤਾ। ਹਾਲਾਤਾਂ ਨੂੰ ਦੋਸ਼ ਦੇਣਾ ਬੇਕਾਰ ਹੈ।